जिस दिन खालसा प्रगट किया साहब श्री गुरु गोबिंद सिंह जी महाराज जी ने आनंदपुर साहब जी की धरती ते तखत श्री केसगढ़ साहब ये पवित्र स्थान से जिथे तंबू ला के गुरु गोबिंद सिंह महाराज जी ने खालसा साजिया। ਇਹ ਮਾਡਲ ਬਣਾਉਣ 'ਚ ਕਿੰਨਾ ਕੁ ਸਮਾਂ ਲੱਗਿਆ ਕਿਉਂਕਿ ਕਾਗਜ਼ ਦੇ ਨਾਲ ਬਣਿਆ ਹੋਇਆ ਜੇ ਤਸਵੀਰਾਂ ਦਰਸ਼ਕ ਵੀ ਦੇਖ ਰਹੇ ਹੋਣੇ ਤੇ ਉਹ ਵੀ ਹੈਰਾਨ ਹੁੰਦੇ ਹੁੰਦੇ ਨੇ ਕਿ ਕਾਗਜ਼ ਦੇ ਨਾਲ ਕਿੱਦਾਂ ਬਣਿਆ ਤੇ ਕਾਗਜ਼ ਦੇ ਨਾਲ ਕਿੰਨਾ ਕੁ ਜਿੱਦਾਂ ਕਿਉਂਕਿ ਆਹ ਚੀਜ਼ਾਂ ਜਿਹੜੀਆਂ ਜਿਸ ਤਰੀਕੇ ਦੇ ਨਾਲ ਤੁਸੀਂ ਗੁੰਬਜ ਬਣਾਏ ਨੇ ਹੋਰ ਕਈ ਚੀਜ਼ਾਂ ਬਣਾਈਆਂ ਨੇ ਤੇ ਕਿਸ ਤਰੀਕੇ ਨਾਲ ਕਾਗਜ਼ ਨਾਲ ਬਣਾਈਆਂ। ये देखो जी ये इंपोर्टेंट एक पेपर हुंदा है कुछ ये प्लास्टिक या फाइबर की भी वरतों होंदी है लेकिन मोस्टली सारा तुहानूं जो नज़र कलाकृति जो नज़र आ रही है सारी पेपर आर्ट के नाल बनाई गई है। जदों भी कोई इस तरह का धार्मिक दिहाड़ा होंदा है या कोई अवतार गुरपुरब होंदा है या कोई भी इस तरह का दिहाड़ा होंदा तो मैं अपनी कला के जरिए जिहड़ियां देश दे दीयां संगतां नूं वधाई दिंदा हां। साहब जी ने कला मेरे हाथों में बख्शी है सोझी बख्शी है क्यों ना इस कला के जरिए सिख पंथ की सेवा की जाए सिख इतिहास नूं पूरी दुनिया तक लैके जाया जाए अगे वध तो वध आने वाली साडी जनरेशन तक साडे सिख इतिहासां दा जिहड़ा हैगा वेरवा पहुंच सके। कई बारी कहंदे समा जदों लंघ जांदा बंदे की पछाण उदों आउंदी है लोगों को कि ये बंदा होया करदा है काश असीं इत्थों कोई लाहा लैंदे। मैं तो बड़ी बारी कोशिश की है कि कोई सानू इहो जी लोकेशन दो असीं समुचा जिन्ना वध तो वध हो सके अपनी जिंदगी च सारी अर्पण कर दईए। असीं सन 2002 दे विच दुनिया के 7 अजूबियां दे मॉडल बनाए जिवें कि ਜਿਹੜਾ मेरा सब तो दिल नूं छूहदा है मॉडल ਜਿਹੜਾ मैं जून 1984 का ਜਿਹੜਾ मॉडल बनाया ਸੀਗਾ जिस ਵੇਲੇ ਢਹਿ ਢੇਰੀ ਹੋ ਗਈ ਸੀ ਅਕਾਲ ਤਖਤ ਸਾਹਿਬ। ਸੰਗਤਾਂ ਵੱਲੋਂ ਹੁਕਮ ਹੋਇਆ ਮਲੇਸ਼ੀਆ ਦੀਆਂ ਸੰਗਤਾਂ ਵੱਲੋਂ ਕਿ ਗੁਰੂ ਨਾਨਕ ਸਾਹਿਬ ਜੀ ਆਪਣੇ ਜੀਵਨ ਦੇ ਵਿੱਚ ਜਿੰਨਾ ਵੀ ਟਰੈਵਲ ਕੀਤੇ ਜਿੰਨੀਆਂ ਵੀ ਉਦਾਸੀਆਂ ਕੀਤੀਆਂ ਕਿਹੜੇ ਸੰਤ ਚ ਕਿਹੜੇ ਸ਼ਹਿਰਾਂ ਮੁਲਕਾਂ ਦੇ ਵਿੱਚੋਂ ਹੋ ਕੇ ਗਏ ਸਾਨੂੰ ਉਹ ਮॉडल ਚਾਹੀਦਾ ਹੈ। ਸਤਿ ਸ਼੍ਰੀ ਅਕਾਲ ਜੀ ਔਨ 에ਅਰ ਵੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ। ਕਲਾਕਾਰ ਇਹੋ ਜਿਹੀ ਚੀਜ਼ ਹੁੰਦੀ ਹੈ ਕਿ ਕਿਤੇ ਨਾ ਕਿਤੇ ਇੱਕ ਚੀਜ਼ ਨੂੰ ਲੋਕਾਂ ਤੱਕ ਇਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਦਾ ਹੈ ਕਿ ਲੋਕਾਂ ਦਾ ਰਿਐਕਸ਼ਨ ਬਣਦਾ ਔਰ ਲੋਕਾਂ ਦਾ ਅਟਰੈਕਸ਼ਨ ਵੀ ਬਣਦਾ। ਲੇਕਿਨ ਅੱਜ ਇਹੋ ਜਿਹੇ ਕਲਾਕਾਰ ਦੇ ਨਾਲ ਮਿਲਾਉਣ ਜਾ ਰਹੇ ਆ ਜਿਸ ਨੇ ਆਪਣੀ ਸਿੱਖੀ ਧਰਮ ਨੂੰ ਲੈ ਕੇ ਜਿਹੜਾ ਉਹ ਕਿਤੇ ਨਾ ਕਿਤੇ ਲੋਕਾਂ ਦਾ ਅਟਰੈਕਸ਼ਨ ਬਣ ਰਿਹਾ ਔਰ ਲੋਕਾਂ ਨੂੰ ਆਪਣੀ ਤਰਫ ਖਿੱਚ ਰਿਹਾ। ਲੇਕਿਨ ਸਭ ਤੋਂ ਜ਼ਿਆਦਾ ਵੱਡੀ ਗੱਲ ਕਿ ਅੱਜ ਉਹ ਧਾਰਮਿਕ ਸਥਾਨਾਂ ਦੇ ਨਤਮਸਤਕ ਕਰਾ ਰਿਹਾ ਜਿਸ ਧਾਰਮਿਕ ਸਥਾਨਾਂ ਤੋਂ ਕਿਤੇ ਨਾ ਕਿਤੇ ਲੋਕ ਅੱਜ ਵਿਛੜੇ ਹੋਏ ਨੇ ਔਰ ਗੁਰਦੁਆਰਿਆਂ ਤੋਂ ਵਿਛੜੇ ਹੋਏ ਨੇ। ਅੱਜ ਖਾਸ ਤੌਰ ਤੇ ਵਿਸਾਖੀ ਦਾ ਦਿਨ ਹੈ ਔਰ ਖਾਲਸਾ ਪੰਥ ਦੇ ਸਾਜਨਾ ਦਿਵਸ ਹੈ ਔਰ ਉਸ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਵਿੱਚ ਸਿੱਖਾਂ ਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਔਰ ਇਹ ਮਾਡਲ ਦੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਕਿੰਨਾ ਸੋਹਣਾ ਜਿਹੜਾ ਇਹ ਮਾਡਲ ਤਿਆਰ ਕੀਤਾ ਗਿਆ ਔਰ ਇਸ ਤੋਂ ਹੀ ਕੈਮਰੇ ਤੋਂ ਹੀ ਅੰਦਾਜ਼ਾ ਲਾ ਸਕਦਾ ਹੈ ਕਿ जिस तरीके ਦੇ ਨਾਲ ਤਸਵੀਰਾਂ ਵੇਖ ਰਹੇ ਹੋ ਕਿ ਐਵੇਂ ਲੱਗਦਾ ਹੈ ਕਿ ਬਾਕੀ ਤੁਹਾਨੂੰ ਗੁਰਦੁਆਰੇ ਦੀ ਤਸਵੀਰਾਂ ਵਿਖਾ ਰਹੇ ਹਾਂ। ਲੇਕਿਨ ਅੱਜ ਜਿਹੜੇ ਮਾਡਲ ਨੂੰ ਤੁਸੀਂ ਵੇਖ ਰਹੇ ਹੋ ਇਹ ਮਾਡਲ ਇੱਕ ਕਾਗਜ਼ ਦੇ ਨਾਲ ਬਣਿਆ ਪਿਆ। ਜੀ ਹਾਂ, ਇਹ ਕਾਗਜ਼ ਦੇ ਨਾਲ ਬਣਿਆ ਹੋਇਆ ਔਰ ਇਸ ਕਾਗਜ਼ ਦੇ ਮਾਡਲ ਜਿਹੜਾ ਉਹ ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ ਪੇਪਰਮੈਨ ਦੇ ਨਾਮ ਤੋਂ ਜਾਣੇ ਜਾਂਦੇ ਨੇ ਔਰ ਉਹਨਾਂ ਦੇ ਵੱਲੋਂ ਇਹ ਮਾਡਲ ਤਿਆਰ ਕੀਤਾ ਗਿਆ ਔਰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਧਾਰਮਿਕ ਸਥਾਨ ਜਿਹੜੇ ਨੇ ਉਹ ਸਾਡੇ ਲਈ ਕਿੰਨੇ ਮਹੱਤਵ ਨੇ ਔਰ ਕਿੰਨੇ ਲੋਕ ਜਿਹੜੇ ਨੇ ਇਸ ਤੋਂ ਵਿਛੜੇ ਹੋਏ ਨੇ। ਤੇ ਅੱਜ ਇਹ ਕਲਾਕਾਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਔਰ ਅੱਜ तमाम ਗੱਲਬਾਤ ਕਰਾਂਗੇ ਔਰ ਇਸ ਮਾਡਲ ਦੇ ਬਾਰੇ ਵੀ ਜਾਣਕਾਰੀ ਲਵਾਂਗੇ ਕਿ ਇਹ ਮਾਡਲ ਕਿਸ ਤਰੀਕੇ ਦੇ ਨਾਲ ਬਣਾਇਆ ਪਿਆ। ਮੇਰੇ ਨਾਲ ਗੁਰਪ੍ਰੀਤ ਸਿੰਘ ਮੌਜੂਦ ਨੇ, ਗੱਲਬਾਤ ਕਰ ਲੈਣੇ ਉਹਨਾਂ ਦੇ ਨਾਲ ਕੀ ਕੁਝ ਕਹਿ। ਸਵਾਗਤ ਹੈ ਤੁਹਾਡਾ ਔਨ 에ਅਰ। ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ। ਇਹ ਅੱਜ ਦੇ ਦਿਨ ਜਿਹੜਾ ਅੱਜ ਵਿਸਾਖੀ ਦਾ ਦਿਨ ਹੈ, ਵਿਸਾਖੀ ਦੇ ਦਿਨ ਦੇ ਵਿੱਚ ਇਹ ਮਾਡਲ ਬਣਾਉਣਾ ਕਿੰਨੇ ਖੁਸ਼ੀ ਹੋਈ ਹੈ ਕਿਉਂਕਿ ਅੱਜ ਖਾਲਸਾ ਪੰਥ ਦੀ ਸਾਜਨਾ ਦਿਵਸ ਵੀ ਹੈ ਔਰ ਖਾਲਸਾ ਪੰਥ ਨੂੰ ਸਾਜਨਾ ਦਿਵਸ ਇੱਥੋਂ ਹੀ ਸ਼ੁਰੂ ਹੋਇਆ ਸੀ। ਬਿਲਕੁਲ ਜੀ, ਖਾਲਸਾ ਪੰਥ ਇਹ ਮਹਾਨ ਪਵਿੱਤਰ ਜਿਹੜਾ ਅੱਜ ਦਿਹਾੜਾ ਹੈਗਾ ਜਿਸ ਦਿਨ ਖਾਲਸਾ ਪ੍ਰਗਟ ਕੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ महाराज जी ने आनंदपुर साहब जी की धरती ते तखत श्री केसगढ़ साहब ये पवित्र स्थान से जिथे तंबू ला के गुरु गोबिंद सिंह महाराज जी ने खालसा साजिया। तो उस स्थान का मैं डिटेल मॉडल जो कि हुण सुशोभित है उत्थे तखत श्री केसगढ़ साहब का डिटेल मॉडल बना के
ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਜਿੱਥੇ ਲੱਖ ਲੱਖ ਵਧਾਈਆਂ ਦਿੱਤੀਆਂ ਨੇ। ਪੂਰੇ ਖਾਲਸਾ ਪੰਥ ਨੂੰ ਇਹ ਮਾਡਲ ਸਮਰਪਿਤ ਕੀਤਾ। ਇਹ ਮਾਡਲ ਬਣਾਉਣ 'ਚ ਕਿੰਨਾ ਕੁ ਸਮਾਂ ਲੱਗਿਆ, ਕਿਉਂਕਿ ਕਾਗਜ਼ ਦੇ ਨਾਲ ਬਣਿਆ ਹੋਇਆ, ਜੇ ਤਸਵੀਰਾਂ ਦਰਸ਼ਕ ਵੀ ਦੇਖ ਰਹੇ ਹੋਣੇ ਤਾਂ ਉਹ ਵੀ ਹੈਰਾਨ ਹੁੰਦੇ ਨੇ ਕਿ ਕਾਗਜ਼ ਦੇ ਨਾਲ ਕਿੱਦਾਂ ਬਣਿਆ। ਤੇ ਕਾਗਜ਼ ਦੇ ਨਾਲ ਕਿੰਨਾ ਕੁ, ਜਿੱਦਾਂ ਕਿਉਂਕਿ ਆਹ ਚੀਜ਼ਾਂ ਜਿਹੜੀਆਂ ਜਿਸ ਤਰੀਕੇ ਦੇ ਨਾਲ ਤੁਸੀਂ ਗੁੰਬਜ ਬਣਾਏ ਨੇ, ਹੋਰ ਕਈ ਚੀਜ਼ਾਂ ਬਣਾਈਆਂ ਨੇ, ਤੇ ਕਿਸ ਤਰੀਕੇ ਨਾਲ ਕਾਗਜ਼ ਨਾਲ ਬਣਾਈਆਂ ਨੇ? ਇਹ ਦੇਖੋ ਜੀ, ਇਹ ਇੰਪੋਰਟੈਂਟ ਇੱਕ ਪੇਪਰ ਹੁੰਦਾ ਹੈ। ਕੁਛ ਇਹਦੇ ਵਿੱਚ ਪਲਾਸਟਿਕ ਜਾਂ ਫਾਈਬਰ ਦੀ ਵੀ ਵਰਤੋਂ ਹੁੰਦੀ ਹੈ, ਲੇਕਿਨ ਮੋਸਟਲੀ ਸਾਰਾ ਤੁਹਾਨੂੰ ਜੋ ਨਜ਼ਰ ਕਲਾਕ੍ਰਿਤੀ ਜੋ ਨਜ਼ਰ ਆ ਰਹੀ ਹੈ ਸਾਰੀ ਪੇਪਰ ਆਰਟ ਦੇ ਨਾਲ ਬਣਾਈ ਗਈ ਹੈ, ਜੋ ਕਿ ਮੈਂ ਕਾਫੀ ਅਰਸੇ ਪਹਿਲਾਂ ਇਹ ਲੰਮੇ ਸਮੇਂ ਤੋਂ ਇਹ ਕਾਰਜ ਕਰ ਰਿਹਾ ਤੇ ਸ਼ੁਰੂਆਤ ਕੀਤੀ ਸੀ ਤੇ ਕਾਗਜ਼ ਦੇ ਨਾਲ ਹੀ ਕਟਿੰਗ ਕਰਕੇ ਹੂਬਹੂ ਸਾਰੀ ਜੋ ਡਿਟੇਲਿੰਗ ਹੈ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਉਹ ਭਾਗਾਂ ਵਾਲਾ ਦਿਨ ਉਹ ਹੈ ਜਾਂ ਸੋਚ ਕੇ ਕੀਤਾ ਸੀ ਕਿ ਅੱਜ ਹੀ ਕਰਨਾ ਇਹ ਚੀਜ਼, ਜਿਹੜਾ ਮਾਡਲ ਹੈ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਹੈ, ਕਿ ਇਹ ਭਾਗਾਂ ਵਾਲਾ ਦਿਨ ਹੀ ਨਿਕਲ ਆਇਆ? ਬਿਲਕੁਲ ਜੀ, ਇਹ ਹਮੇਸ਼ਾ ਮੈਂ ਆਪਣਾ ਫਰਜ਼ ਸਮਝਦਾ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਵਡਿਆਈ ਬਖਸ਼ੀ ਹੈ, ਜੋ ਕਲਾ ਬਖਸ਼ੀ ਹੈ ਹੱਥਾਂ ਦੇ ਵਿੱਚ। ਜਦੋਂ ਵੀ ਕੋਈ ਇਸ ਤਰ੍ਹਾਂ ਦਾ ਧਾਰਮਿਕ ਦਿਹਾੜਾ ਆਉਂਦਾ ਹੈ ਜਾਂ ਕੋਈ ਅਵਤਾਰ ਗੁਰਪੁਰਬ ਆਉਂਦਾ ਹੈ ਜਾਂ ਕੋਈ ਵੀ ਇਸ ਤਰ੍ਹਾਂ ਦਾ ਦਿਹਾੜਾ ਹੁੰਦਾ ਤੇ ਮੈਂ ਆਪਣੀ ਕਲਾ ਦੇ ਜ਼ਰੀਏ ਜਿਹੜੀਆਂ ਦੇਸ਼ ਦੇ ਦੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ। ਉਹਦੇ ਨਾਲ ਨਾਲ ਹੀ ਕੋਈ ਐਸੀ ਨਵੀਂ ਕਲਾਕ੍ਰਿਤ ਜਿਹੜੀ ਬਣਾ ਕੇ ਸਿੱਖ ਪੰਥ ਨੂੰ ਸਮਰਪਿਤ ਕਰੀਦੀ ਹੈ। ਗੁਰਪ੍ਰੀਤ ਸਿੰਘ ਨੂੰ ਧਾਰਮਿਕ ਕਿੱਦਾਂ ਯਾਦ ਆਇਆ? ਕਿਉਂਕਿ ਧਾਰਮਿਕ ਸਥਾਨਾਂ ਨੂੰ ਸਾਹਮਣੇ ਲੈ ਕੇ ਆਉਣਾ, ਕਿਤੇ ਨਾ ਕਿਤੇ ਕੁਝ ਸੰਗਤਾਂ ਹੁੰਦੀਆਂ ਨੇ, ਕੁਝ ਸ਼ਰਧਾਲੂ ਹੁੰਦੇ ਨੇ, ਹਾਲਾਂਕਿ ਧਾਰਮਿਕ ਸਥਾਨ ਤੇ ਜਾਣ ਦੇ ਲਈ ਕਿਤੇ ਨਾ ਕਿਤੇ ਇੱਛੁਕ ਜ਼ਰੂਰ ਹੁੰਦੇ ਨੇ, ਲੇਕਿਨ ਉਹਨਾਂ ਨੂੰ ਟਾਈਮ ਨਹੀਂ ਮਿਲ ਪਾਉਂਦਾ, ਸਮਾਂ ਨਹੀਂ ਮਿਲ ਪਾਉਂਦਾ ਜਾਂ ਸੰਯੋਗ ਨਹੀਂ ਬਣ ਪਾਉਂਦੇ। ਕੁਝ ਲੋਕ ਤਾਂ ਇਹ ਵੀ ਕਹਿ ਦਿੰਦੇ ਨੇ ਕਿ ਗੁਰੂ ਦਾ ਆਦੇਸ਼ ਨਹੀਂ ਆਇਆ ਤਾਂ ਕਰਕੇ ਨਹੀਂ ਜਾ ਪਏ। ਤੇ ਇਹ ਮਾਡਲ ਪੇਸ਼ ਕਰਨਾ, ਉਸ ਤੋਂ ਬਾਅਦ ਧਾਰਮਿਕ ਵਾਲੇ ਪਾਸੇ ਜਾਣਾ, ਇਹ ਸ਼ੁਰੂਆਤ ਕਿੱਥੋਂ ਹੋਈ ਹੈ ਧਾਰਮਿਕ ਵਾਲੇ ਪਾਸੇ? ਇਹ ਜੀ ਤਕਰੀਬਨ ਸਨ 2009-10 ਤੋਂ ਮੇਰੀ ਸ਼ੁਰੂਆਤ ਹੋਈ ਧਾਰਮਿਕ ਕਾਰਜਾਂ ਵੱਲ। ਕਿ ਆਪਣੀ ਜਿਹੜੀ ਇੱਕ ਦਿਨ ਬੈਠੇ ਬੈਠੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਗੁਰੂ ਸਾਹਿਬ ਜੀ ਨੇ ਕਲਾ ਮੇਰੇ ਹੱਥਾਂ 'ਚ ਬਖਸ਼ੀ ਹੈ, ਸੋਝੀ ਬਖਸ਼ੀ ਹੈ, ਕਿਉਂ ਨਾ ਇਸ ਕਲਾ ਦੇ ਜ਼ਰੀਏ ਸਿੱਖ ਪੰਥ ਦੀ ਸੇਵਾ ਕੀਤੀ ਜਾਵੇ, ਸਿੱਖ ਇਤਿਹਾਸ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਇਆ ਜਾਵੇ, ਅੱਗੇ ਵੱਧ ਤੋਂ ਵੱਧ ਆਉਣ ਵਾਲੀ ਸਾਡੀ ਜਨਰੇਸ਼ਨ ਤੱਕ ਸਾਡੇ ਸਿੱਖ ਇਤਿਹਾਸਾਂ ਦਾ ਜਿਹੜਾ ਹੈਗਾ ਵੇਰਵਾ ਪਹੁੰਚ ਸਕੇ। ਕਿੱਥੇ ਕਿੱਥੇ ਸਾਰੇ ਗੁਰੂ ਸਾਹਿਬਾਨ ਜੀ ਦੇ ਜਨਮ ਸਥਾਨ ਨੇ, ਸਾਰੇ ਮੈਂ ਇੱਕ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਮੈਂ ਸ੍ਰੀ ਪੰਜਾ ਸਾਹਿਬ, ਸ੍ਰੀ ਨਨਕਾਣਾ ਸਾਹਿਬ ਜੀ ਦੇ ਜੋ ਪਵਿੱਤਰ ਸਥਾਨ ਜੋ ਕਿ ਪਾਕਿਸਤਾਨ 'ਚ ਮੌਜੂਦ ਨੇ, ਇਹ ਮਾਡਲ ਬਣਾਏ। ਉਸ ਤੋਂ ਬਾਅਦ ਫਿਰ ਮੈਂ 10 ਪਾਤਸ਼ਾਹੀਆਂ ਦੇ ਜਨਮ ਸਥਾਨਾਂ ਦੇ ਮਾਡਲ ਬਣਾ ਕੇ, ਉਸ ਤੋਂ ਬਾਅਦ ਫਿਰ 5 ਤਖਤ ਸਾਹਿਬਾਨਾਂ ਦਾ ਵੀ ਮਾਡਲ ਬਣਾ ਕੇ ਕੌਮ ਦੀ ਝੋਲੀ ਦੇ ਵਿੱਚ ਪਾਏ। ਹੁਣ ਜੇਕਰ ਮੈਂ ਜੇਕਰ ਤੁਹਾਡੇ ਉਹਦੇ ਮਾਡਲ ਦੀ ਗੱਲ ਕਰਾਂ ਤੇ ਇਸ ਤੋਂ ਬਾਅਦ ਕੀ ਸੋਚਿਆ, ਕਿਹੜਾ ਡ੍ਰੀਮ ਪ੍ਰੋਜੈਕਟ ਸੋਚਿਆ ਕਿ ਜਿਹੜਾ ਇਸ ਤੋਂ ਬਾਅਦ ਬਣਾਉਣਾ? ਇਹ ਇੱਕ ਮੈਂ ਆਪ ਜੀ ਨੂੰ ਦੱਸਣਾ ਚਾਹੂੰਗਾ, ਮੈਂ ਰੀਸੈਂਟਲੀ ਇੱਕ ਹੋਰ ਤਕਰੀਬਨ 3-3.5 ਫੁੱਟ ਸਾਈਜ਼ ਦਾ ਇੱਕ ਸ੍ਰੀ ਨਨਕਾਣਾ ਸਾਹਿਬ ਜੀ ਦੀ ਦਰਸ਼ਨੀ ਜੋੜੀ ਦਾ ਇੱਕ ਮਾਡਲ ਤਿਆਰ ਕੀਤਾ, ਜੋ ਕਿ ਮੈਂ ਲੰਡਨ ਆਪਣੇ ਕਿਸੇ ਗੁਰਮੁਖ ਪਿਆਰੇ ਵੀਰ ਵਾਸਤੇ ਤਿਆਰ ਕੀਤਾ, ਜਿਨ੍ਹਾਂ ਨੂੰ ਉੱਥੇ ਜਾ ਕੇ ਇਹ ਮਾਡਲ ਮੈਂ ਭੇਂਟ ਕਰਾਂਗਾ। ਤੇ ਉਹਦੇ ਨਾਲ ਨਾਲ ਹੀ ਮੇਰਾ ਇਹ ਮੋਟਿਵ ਹੁੰਦਾ ਹੈ ਇਸ ਕਲਾ ਦੇ ਜ਼ਰੀਏ ਸਿੱਖ ਇਤਿਹਾਸ ਨੂੰ ਵੀ ਅੱਗੇ ਲਿਜਾਇਆ ਜਾ ਸਕੇ, ਨਾਲ ਹੀ ਗੁਰਮੁਖੀ ਭਾਸ਼ਾ ਦੇ ਵਿੱਚ ਸਮੁੱਚਾ ਜਿਹੜਾ ਇਤਿਹਾਸ ਹੈ ਉਸ ਪਵਿੱਤਰ ਸਥਾਨ ਦਾ ਉਹ ਵੀ ਦਰਸਾਇਆ ਜਾਂਦਾ ਹੈ। ਗੁਰਮੁਖੀ ਦੇ ਵਿੱਚ ਵੀ ਆ ਜਿਹੜੀ ਕੰਟਰੀ 'ਚ ਭੇਜਿਆ ਜਾਂਦਾ ਉਸ ਕੰਟਰੀ ਦੀ ਮਦਰ ਲੈਂਗੁਏਜ ਦੇ ਵਿੱਚ ਵੀ ਬਣਾਇਆ ਜਾਂਦਾ। ਕਿਤੇ ਨਾ ਕਿਤੇ ਸਿੱਖੀ ਧਾਰਮਿਕ ਸਥਾਨ ਕੀਤੇ ਜਾ ਰਹੇ ਨੇ, ਕੋਈ ਸਿੱਖ ਸੰਸਥਾਵਾਂ ਆਉਂਦੀਆਂ ਨੇ ਤੁਹਾਡੇ ਨਾਲ ਮੁਲਾਕਾਤ ਕਰਦੀਆਂ ਨੇ ਕਿ ਇਸ ਤਰੀਕੇ ਦੇ ਨਾਲ ਇਹ ਚੀਜ਼ ਵੀ ਬਣਾਈ ਜਾਵੇ, ਮਾਡਲ ਵੀ ਬਣਾਇਆ ਜਾਵੇ, ਇਹ ਇਤਿਹਾਸ ਵੀ ਬਣਾਇਆ ਜਾਵੇ ਕਿ ਲੋਕਾਂ ਨੂੰ ਪਤਾ ਲੱਗੇ? ਕਿਉਂਕਿ ਅੱਜ ਕੱਲ੍ਹ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਫਿਲਮਾਂ ਤੋਂ ਦੂਰ ਹੋ ਗਏ ਨੇ ਔਰ ਇਹਨਾਂ ਚੀਜ਼ਾਂ ਤੋਂ ਵੀ ਦੂਰ ਹੋ ਗਏ ਨੇ, ਧਾਰਮਿਕ ਸਥਾਨਾਂ ਤੋਂ ਵੀ ਦੂਰ ਹੋ ਗਏ ਨੇ। ਤੇ ਕਦੀ ਤਾਲਮੇਲ ਹੋਇਆ ਸਿੱਖ ਕੋਈ ਜਥੇਬੰਦੀ ਆਈ ਹੋਵੇ ਕਿ ਇਸ ਤਰੀਕੇ ਨਾਲ ਬਣਾਇਆ ਜਾਵੇ ਕਿ ਜਿਹੜੇ ਛੋਟੇ ਛੋਟੇ ਨੌਜਵਾਨ ਬੱਚੇ ਨੇ ਜਾਂ ਛੋਟੇ ਛੋਟੇ ਬੱਚੇ ਨੇ ਉਹਨਾਂ ਤੱਕ ਇਹ ਸੁਨੇਹਾ ਜਿਹੜਾ ਜਾ ਸਕੇ? ਦੇਖੋ ਜੀ, ਜੇ ਇਹ ਗੱਲ ਕਰੀਏ ਯੂਥ ਤਾਈਂ ਤਾਂ ਸੋਸ਼ਲ ਮੀਡੀਆ ਰਾਹੀਂ, ਨਿਊਜ਼ ਚੈਨਲ ਰਾਹੀਂ ਜਾਂ ਨਿਊਜ਼ਪੇਪਰਾਂ ਰਾਹੀਂ ਤੇ ਕਿਤੇ ਨਾ ਕਿਤੇ ਕਲਾ ਪਹੁੰਚਦੀ ਰਹਿੰਦੀ ਹੈ। ਲੇਕਿਨ ਅਗਰ ਆਪਾਂ ਫੋਰਨ ਕੰਟਰੀ ਨੂੰ ਛੱਡ ਕੇ ਅਗਰ ਗੱਲ ਕਰੀਏ, ਇੰਡੀਆ ਦੇ ਵਿੱਚ ਅੱਜ ਤੱਕ ਕਿਸੇ ਵੀ ਧਾਰਮਿਕ ਅਦਾਰੇ ਨੇ, ਧਾਰਮਿਕ ਕਮੇਟੀ ਨੇ ਪਹੁੰਚ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਦਕਿ ਚੰਗੀ ਤਰ੍ਹਾਂ ਸਾਰੀਆਂ ਕਮੇਟੀਆਂ ਜੋ ਜਾਣਦੀਆਂ ਨੇ, ਜਾਣੂ ਨੇ ਕਿ ਇਸ ਇਨਸਾਨ ਨੇ ਇੱਕ ਐਸਾ ਇਕਲੌਤਾ ਕਲਾਕਾਰ ਹੈ ਜਿਨੇ ਗੁਰੂ ਸਾਹਿਬਾਨਾਂ ਦਾ ਇਤਿਹਾਸ, ਜਨਮ ਸਥਾਨਾਂ ਦਾ ਇਤਿਹਾਸ, 5 ਤਖਤ ਸਾਹਿਬਾਨਾਂ ਦਾ, ਅਨੇਕਾਂ ਪਾਕਿਸਤਾਨ ਦੇ ਗੁਰਦੁਆਰੇ ਜਿਹੜੇ ਹੈਗੇ ਆ ਬਣਾਏ ਆ, ਅਨੇਕਾਂ ਤਰੀਕਿਆਂ ਦੇ ਨਾਲ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦਾ ਇਤਿਹਾਸ ਲੈ ਕੇ ਆਇਆ। ਲੇਕਿਨ ਉਹ ਰਾਬਤਾ ਨਹੀਂ ਬਣਾਉਂਦੇ। ਇੰਟਰਨੈਸ਼ਨਲ ਪੱਧਰ ਤੇ ਜੇ ਗੱਲ ਕਰੀਏ, ਕਾਫੀ ਸਾਰੇ ਮੁਲਕਾਂ ਤੋਂ ਮਾਨ ਸਤਿਕਾਰ ਮਿਲਦੇ ਨੇ, ਉਹ ਐਪਰੀਸ਼ੀਏਟ ਵੀ ਕਰਦੇ ਨੇ, ਇਨਵਾਈਟ ਵੀ ਕਰਦੇ ਨੇ, ਉੱਥੇ ਐਗਜ਼ੀਬਿਸ਼ਨਾਂ ਵੀ ਲਾ ਕੇ ਆਈਆਂ ਨੇ। ਲੇਕਿਨ ਜੋ ਸਿਰਮੌਰ ਸੰਸਥਾਵਾਂ ਨੇ ਕਿਤੇ ਨਾ ਕਿਤੇ ਅਜੇ ਦੂਰ ਨੇ। ਮਤਲਬ ਹਲੇ ਉਹ ਦੂਰ ਨੇ, ਦੂਜੀ ਕੰਟਰੀਆਂ ਜਿਹੜੀਆਂ ਨੇ, ਬਾਹਰਲੀ ਕੰਟਰੀਆਂ, ਉਹ ਕਿਤੇ ਨਾ ਕਿਤੇ ਸਿੱਖੀ ਪ੍ਰਮੋਟ ਕਰਦੀਆਂ ਕਿ ਸਿੱਖ ਧਰਮ ਸਾਹਮਣੇ ਆਉਣਾ ਚਾਹੀਦਾ। ਲੇਕਿਨ ਭਾਰਤ ਦੇ ਤੇ ਪੰਜਾਬ ਦੇ ਜਿਹੜੇ ਉਹ ਸਿੱਖ ਜਥੇਬੰਦੀਆਂ ਨੇ ਜਾਂ ਉਹ ਸੰਸਥਾਵਾਂ ਨੇ, ਉਹ ਕਿੱਥੇ ਧਿਆਨ ਨਹੀਂ ਦਿੰਦੇ? ਫਰਜ਼ ਉਹਨਾਂ ਦਾ ਬਣਦਾ ਹੈ, ਕਿਉਂਕਿ ਅਸੀਂ ਤਾਂ ਘਰ 'ਚ ਬੈਠੇ ਹਾਂ, ਗੁਰੂ ਰਾਮਦਾਸ ਜੀ ਦੀ ਨਗਰੀ 'ਚ ਤੇ ਸ਼੍ਰੋਮਣੀ ਕਮੇਟੀ ਸਿਰਮੌਰ ਸੰਸਥਾ, ਇਹਨਾਂ ਦਾ ਫਰਜ਼ ਬਣਦਾ। ਲੇਕਿਨ ਕਈ ਵਾਰੀ ਕਹਿੰਦੇ ਸਮਾਂ ਜਦੋਂ ਲੰਘ ਜਾਂਦਾ ਬੰਦੇ ਦੀ ਪਛਾਣ ਉਦੋਂ ਆਉਂਦੀ ਹੈ ਲੋਕਾਂ ਨੂੰ ਕਿ ਇਹ ਬੰਦਾ ਹੋਇਆ ਕਰਦਾ, ਕਾਸ਼ ਅਸੀਂ ਇੱਥੋਂ ਕੋਈ ਲਾਹਾ ਲੈਂਦੇ। ਮੈਂ ਤਾਂ ਬੜੀ ਵਾਰੀ ਕੋਸ਼ਿਸ਼ ਕੀਤੀ ਹੈ ਕਿ ਕੋਈ ਸਾਨੂੰ ਇਹੋ ਜਿਹੀ ਲੋਕੇਸ਼ਨ ਦਿਓ, ਅਸੀਂ
ਸਮੁੱਚਾ ਜਿੰਨਾ ਵੱਧ ਤੋਂ ਵੱਧ ਹੋ ਸਕੇ ਆਪਣੀ ਜ਼ਿੰਦਗੀ 'ਚ ਸਾਰੀ ਅਰਪਣ ਕਰ ਦਈਏ ਅਸੀਂ, ਤੇ ਸਮੁੱਚਾ ਇੱਕ ਇਤਿਹਾਸ ਗੁਰੂ ਸਾਹਿਬਾਂ ਦਾ ਇੱਕ ਹਾਲ ਦੇ ਥੱਲੇ ਅਸੀਂ ਲੈ ਕੇ ਆਈਏ। ਤੇ ਨਾਲ ਇਤਿਹਾਸ ਜਦੋਂ ਗੁਰੂ ਰਾਮਦਾਸ ਦੇ ਦਰ ਤੇ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਨੇ, ਤੇ ਇਸ ਇੱਕ ਅਜਾਇਬ ਘਰ ਰੂਪੀ ਕੋਈ ਇਹੋ ਜਿਹਾ ਸਿੱਖ ਸਟੱਡੀ ਸੈਂਟਰ ਬਣ ਕੇ ਉਭਰੇ ਜਿੱਥੇ ਅਸੀਂ ਸਾਰੇ ਗੁਰਧਾਮਾਂ ਦਾ ਇਤਿਹਾਸ ਲਿਆ ਸਕੀਏ ਤੇ ਸਾਰੇ ਗੁਰਧਾਮਾਂ ਦੇ ਮਾਡਲ ਪਏ ਹੋਣ। ਅੱਛਾ, ਗੁਰਪ੍ਰੀਤ ਜੀ ਨੇ ਅਨੋਖੀ ਚੀਜ਼ ਕਿਹੜੀ ਬਣਾਈ ਹੈ ਕਿ ਇੱਕ ਸਭ ਤੋਂ ਅਨੋਖੀ ਹੋਵੇ ਜਿਹਦੇ ਕਰਕੇ ਗੁਰਪ੍ਰੀਤ ਸਿੰਘ ਦੀ ਪਛਾਣ ਬਣੀ ਹੈ, ਉਹ ਕਿਹੜੀ ਅਨੋਖੀਆਂ ਚੀਜ਼ਾਂ ਨੇ ਜਿਹੜੀਆਂ ਬਣਾਈਆਂ ਗਈਆਂ? ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਸੰਨ 2000 ਦੇ ਵਿੱਚ ਆਪਣੇ ਘਰ ਦਾ ਇੱਕ ਮਾਡਲ ਬਣਾਇਆ। ਉਹ ਤਾਂ ਚਲੋ ਆਪਣੇ ਲੈਵਲ ਤੇ ਇੱਕ ਬਹੁਤ ਸਭ ਵੱਲੋਂ ਸ਼ਲਾਘਾ ਮਿਲੀ। ਉਸ ਤੋਂ ਬਾਅਦ ਮੈਂ ਸੰਨ 2002 ਦੇ ਵਿੱਚ ਦੁਨੀਆ ਦੇ 7 ਅਜੂਬਿਆਂ ਦੇ ਮਾਡਲ ਬਣਾਏ, ਜਿਵੇਂ ਕਿ ਤਾਜ ਮਹਿਲ, ਸਟੈਚੂ ਆਫ ਲਿਬਰਟੀ, ਲੀਨਿੰਗ ਟਾਵਰ ਆਫ ਪੀਸਾ ਜਾਂ ਦ ਟਾਵਰ ਬ੍ਰਿਜ ਆਫ ਲੰਡਨ, ਦ ਗ੍ਰੇਟ ਵਾਲ ਆਫ ਚਾਈਨਾ। ਇਸ ਤਰ੍ਹਾਂ 7 ਅਜੂਬਿਆਂ ਦੇ ਮਾਡਲ ਬਣਾਏ। ਉਹਦੇ ਨਾਲ ਮੈਨੂੰ ਵਰਲਡ ਲੈਵਲ ਤੇ ਬਹੁਤ ਪ੍ਰਸਿੱਧੀ ਮਿਲੀ, ਲੇਕਿਨ ਜੋ ਮੇਰੇ ਮਨ ਦੀ ਰੀਤ ਸੀਗੀ ਕਿ ਆਪਣੀ ਕੌਮ ਦੀ ਸੇਵਾ ਕੀਤੀ ਜਾਵੇ ਵੱਧ ਚੜ੍ਹ ਕੇ ਇਸ ਕਲਾ ਦੇ ਨਾਲ ਜੁੜ ਕੇ, ਤੇ ਉਹ ਫਿਰ ਮੇਰੀ ਬਾਤ 'ਚੋਂ ਪੂਰੀ ਹੋਈ। ਹੁਣ ਬਹੁਤ ਕੁਝ ਬਣਾਇਆ, ਕਾਫੀ ਸਾਰੀਆਂ ਕੰਟਰੀਆਂ ਦੇ ਵਿੱਚ ਮੇਰੇ ਬਣਾਏ ਹੋਏ ਮਾਡਲ ਨੇ, ਲੇਕਿਨ ਜਿਹੜਾ ਮੇਰਾ ਸਭ ਤੋਂ ਦਿਲ ਨੂੰ ਛੂਹਦਾ ਹੈ ਮਾਡਲ, ਜਿਹੜਾ ਮੈਂ ਜੂਨ 1984 ਦਾ ਜਿਹੜਾ ਮਾਡਲ ਬਣਾਇਆ ਸੀਗਾ, ਜਿਸ ਵੇਲੇ ਢਹਿ ਹੋ ਗਏ ਸੀ ਅਕਾਲ ਤਖਤ ਸਾਹਿਬ, ਉਹ ਜਦੋਂ ਵੀ ਮੈਂ ਬਣਾਉਣਾ, ਹਰ ਵਾਰੀ ਜਦੋਂ ਵੀ ਕੋਈ ਨਵਾਂ ਬਣਾਉਣਾ ਪੈਂਦਾ ਤੇ ਜਾਂ ਜਦੋਂ ਮੈਂ ਉਹਨੂੰ ਨਿਹਾਰਦਾ ਤੇ ਮੇਰੀਆਂ ਅੱਖਾਂ ਜਿਹੜੀਆਂ ਨਮ ਹੋ ਜਾਂਦੀਆਂ ਨੇ, ਕਿਉਂਕਿ ਉਹ ਜਿਹੜਾ ਇੱਕ ਸਾਕਾ ਐਸਾ ਹੈ ਵੀ ਮੈਂ ਜਿੰਨੇ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਮਾਡਲ ਹੈ, ਇਹ ਸੋਹਣੇ ਸਥਾਨਾਂ ਦੇ ਬਣੇ ਹੋਏ ਦੇ ਮੈਂ ਮਾਡਲ ਬਣਾਉਣਾ, ਲੇਕਿਨ ਉਹ ਢਹਿ ਹੋਇਆ ਜਦੋਂ ਹੱਥਾਂ ਨਾਲ ਬਣਾਉਣਾ ਪੈਂਦਾ ਤੇ ਦੁੱਖ ਹੁੰਦਾ। ਹਾਂਜੀ, ਇੱਕ ਸਵਾਲ ਇਹ ਵੀ ਖੜਾ ਹੁੰਦਾ ਕਿ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਬਣਾਉਣ ਦੇ ਲਈ ਇੱਕ ਦਿਮਾਗ ਹੁੰਦਾ, ਇੱਕ ਉਸ ਪਾਸੇ ਦੀ ਲਿਵ ਹੁੰਦੀ ਹੈ, ਕਿਉਂਕਿ ਹਰ ਚੀਜ਼ ਐਵੇਂ ਨਹੀਂ ਬਣ ਜਾਂਦੀ। ਉਹਨੂੰ ਬਣਾਉਣ ਦੇ ਲਈ ਉਸ ਪ੍ਰੈਜੈਂਟੇਸ਼ਨ ਜਿਹੜੀ ਆ ਔਰ ਉਸ ਦਿਮਾਗ ਜਿਹੜਾ ਉਸ ਚੀਜ਼ ਦੇ ਉੱਪਰ ਹੋਣਾ ਚਾਹੀਦਾ। ਇਹ ਧਾਰਮਿਕ ਪਾਸੇ ਵਾਲਾ ਦਿਮਾਗ ਆਉਂਦਾ ਕਿਹੜੇ ਪਾਸੇ ਹੈ, ਇਹ ਆਉਂਦਾ ਕਿੱਥੋਂ ਹੈ? ਪਹਿਲਾਂ ਪੜ੍ਹਾਈ ਦੀ ਗੱਲ ਕਰਾਂਗਾ, ਪਹਿਲਾਂ ਪੜ੍ਹਾਈ ਕਿੰਨੀ ਕੁ ਪੜ੍ਹੀ ਹੋਈ ਹੈ? ਪੜ੍ਹਾਈ ਜੀ ਮੈਂ ਜ਼ਿਆਦਾ ਨਹੀਂ ਕੀਤੀ, ਮੈਂ +2 ਕੀਤੀ ਹੋਈ ਹੈ ਪੜ੍ਹਾਈ ਤਾਂ। ਪਰ ਜੇ ਆਪਾਂ ਕਰੀਏ ਵੀ ਇਹ ਕਿੱਥੋਂ ਆਉਂਦੀ ਹੈ ਸੋਝੀ, ਤੇ ਮੈਂ ਤਾਂ ਇਹੀ ਕਹਿੰਦਾ ਵੀ ਜਦੋਂ ਵੀ ਮੈਂ ਕੋਈ ਧਾਰਮਿਕ ਕਾਰਜ ਸ਼ੁਰੂ ਕਰਦਾ, ਮੈਨੂੰ ਉਤੋਂ ਹੀ ਪ੍ਰਮਾਤਮਾ ਵੱਲੋਂ ਗੁਰੂ ਰਾਮਦਾਸ ਪਾਤਸ਼ਾਹ ਤੋਂ, ਜਿਵੇਂ ਆਪਾਂ ਕੋਈ ਧਾਰਮਿਕ ਸਥਾਨ ਬਣਦਾ ਦੇਖਦੇ, ਜਿਵੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਹੁੰਦੀ ਹੈ, ਤੇ ਸਾਨੂੰ ਕੋਈ ਗੁਰੂ ਕੇ ਪਿਆਰੇ ਕਹਿੰਦੇ ਜਾਓ ਜਾ ਕੇ ਸੇਵਾ ਕਰੋ, ਹਨਾ, ਟੋਕਰੇ ਚੁੱਕੋ ਜਾਂ ਇੱਟਾਂ ਫੜਾਓ। ਇਸ ਤਰ੍ਹਾਂ ਹੀ ਮੈਨੂੰ ਕੋਈ ਅੰਦਰੋਂ ਆਵਾਜ਼ ਆਉਂਦੀ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਆ ਚੱਲ ਆ ਤੇਰੇ ਲਾਇਕ ਸੇਵਾ, ਚੱਲ ਹੁਣ 10 ਪਾਤਸ਼ਾਹੀਆਂ ਦੇ ਜਨਮ ਸਥਾਨਾਂ ਦੇ ਮਾਡਲ ਬਣਾਓ ਜਾਂ 5 ਤਖਤ ਸਾਹਿਬਾਨਾਂ ਦੇ ਬਣਾਓ। ਤਾਂ ਇਸ ਤਰ੍ਹਾਂ ਦੀ ਕੋਈ ਮੈਨੂੰ ਅੰਦਰੋਂ ਇੱਕ ਆਤਮਾ ਜੋ ਆਵਾਜ਼ ਆਉਂਦੀ ਕਿ ਮੈਂ ਮਾਡਲ ਤਿਆਰ ਕਰਨਾ। ਅੰਦਰੋਂ ਆਵਾਜ਼ ਆਉਂਦੀ, ਕੋਈ ਅੰਦਰੋਂ ਆਵਾਜ਼ ਆਉਣ ਵਾਲਾ ਇਹੋ ਜਿਹਾ ਕੋਈ ਮਾਡਲ ਰਹਿੰਦਾ ਹਾਲੇ ਕਿ ਜਿਹੜਾ ਨਾ ਬਣਾਇਆ ਹੋਵੇ, ਜਿਹਨੂੰ ਲੈ ਕੇ ਤਿਆਰੀ ਚੱਲ ਰਹੀ ਹੋਵੇ ਕਿ ਮੈਂ ਆਉਣ ਵਾਲੇ ਸਮੇਂ 'ਚ ਆਹ ਮਾਡਲ ਤਿਆਰ ਕਰਨਾ, ਜਿਹੜਾ ਇਹ ਬਣਾਉਣਾ ਹੈ, ਲੇਕਿਨ ਉਸ 'ਤੇ ਸਮਾਂ ਲੱਗ ਰਿਹਾ? ਬੜੇ ਐਸੇ ਦਿਲ ਦੇ ਕਰੀਬ ਜਿਹੜੇ ਮਾਡਲ ਹੈ ਜਿਨ੍ਹਾਂ ਦੇ ਲਈ ਮੈਨੂੰ ਸੰਗਤਾਂ ਵੱਲੋਂ ਵੀ ਆਵਾਜ਼ ਆਈ, ਹੁਕਮ ਲੱਗਿਆ ਸੰਗਤਾਂ ਦਾ। ਜਿਵੇਂ ਕਿ ਮੈਂ ਸਿੰਗਾਪੁਰ ਕਾਫੀ ਵਾਰੀ ਉੱਥੇ ਨਾਮ ਰਸ ਕੀਰਤਨ ਦਰਬਾਰ ਹੁੰਦਾ, ਸੰਗਤਾਂ ਜਾਣਦੀਆਂ ਹੋਣੀਆਂ, ਉੱਥੇ ਮੈਨੂੰ ਸੰਗਤਾਂ ਵੱਲੋਂ ਹੁਕਮ ਲਾਇਆ ਗਿਆ ਸੀਗਾ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ 550 ਸਾਲਾ ਹੋਇਆ ਸੀਗਾ ਪ੍ਰਕਾਸ਼ ਪੁਰਬ, ਤੇ ਉਹਨਾਂ ਨੇ ਹੁਕਮ ਲਾਇਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਜਿਸ ਵੇਲੇ ਰਾਏ ਭੋਏ ਕੀ ਤਲਵੰਡੀ ਰਿਹਾ ਕਰਦੇ ਹੋਣਗੇ, ਉਸ ਵੇਲੇ ਉਹ ਪਿੰਡ ਕਿਹੋ ਜਿਹਾ ਹੁੰਦਾ ਹੋਏਗਾ, ਉਹ ਇਮੈਜੀਨੇਸ਼ਨ ਇੱਕ ਮਾਡਲ ਤਿਆਰ ਕਰੋ। ਤੇ ਸਮੁੱਚਾ ਜਿਹੜਾ ਪਿੰਡ ਦਾ ਮੈਂ ਮਾਡਲ ਤਿਆਰ ਕਰਕੇ ਆਇਆ ਉੱਥੇ ਸਿੰਗਾਪੁਰ ਦੇ ਵਿੱਚ, ਤੇ ਬਹੁਤ ਹੀ ਸੰਗਤਾਂ ਨੇ ਜਿੱਥੇ ਸ਼ਲਾਘਾ ਕੀਤੀ, ਉੱਥੇ ਮਾਨ ਸਤਿਕਾਰ ਵੀ ਬਖਸ਼ੇ। ਉਸ ਤੋਂ ਬਾਅਦ ਇੱਕ ਸੰਗਤਾਂ ਵੱਲੋਂ ਹੁਕਮ ਹੋਇਆ, ਮਲੇਸ਼ੀਆ ਦੀਆਂ ਸੰਗਤਾਂ ਵੱਲੋਂ, ਕਿ ਗੁਰੂ ਨਾਨਕ ਸਾਹਿਬ ਜੀ ਆਪਣੇ ਜੀਵਨ ਦੇ ਵਿੱਚ ਜਿੰਨਾ ਵੀ ਟਰੈਵਲ ਕੀਤੇ, ਜਿੰਨੀਆਂ ਵੀ ਉਦਾਸੀਆਂ ਕੀਤੀਆਂ, ਕਿਹੜੇ ਸੰਨ 'ਚ ਕਿਹੜੇ ਸ਼ਹਿਰਾਂ ਮੁਲਕਾਂ ਦੇ ਵਿੱਚੋਂ ਹੋ ਕੇ ਗਏ, ਸਾਨੂੰ ਉਹ ਮਾਡਲ ਚਾਹੀਦਾ। ਤਾਂ ਉਸ ਟਾਈਮ ਵੀ ਉਹ ਗੁਰੂ ਦੀਆਂ ਸੰਗਤਾਂ ਦਾ ਹੁਕਮ ਸਿਰ ਮੱਥੇ ਲੈ ਕੇ ਮੈਂ 2019 'ਚ ਮਲੇਸ਼ੀਆ ਵੀ ਜਾ ਕੇ ਐਗਜ਼ੀਬਿਸ਼ਨ ਲਾ ਕੇ ਆਇਆ, ਤੇ ਸੰਗਤਾਂ ਦੇ ਹੁਕਮ ਅਨੁਸਾਰ ਹੀ ਇਹ ਕਾਰਜ ਚੱਲਦੇ ਆ ਰਹੇ। ਗੁਰਬਾਣੀ ਦੇ ਵਿੱਚ ਇੱਕ ਪੰਕਤੀ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਤੇ ਸੰਗਤ ਹੀ ਗੁਰੂ ਦਾ ਰੂਪ ਬਣ ਕੇ ਮੈਨੂੰ ਹੁਕਮ ਲਾ ਦਿੰਦੀ ਹੈ। ਉਹ ਹਰ ਵਾਲੀ ਕੋਈ ਨਾ ਕੋਈ ਨਵੀਂ ਕ੍ਰੀਏਸ਼ਨ ਜਿਹੜੀ ਹੈ ਕੌਮ ਦੇ ਜਿਹੜੇ ਲੇਖੇ ਲੱਗ ਰਹੀ ਹੈ, ਤੇ ਇਸੇ ਤਰ੍ਹਾਂ ਕਾਰਜ ਚੱਲਦੇ ਰਹਿੰਦੇ ਤੇ ਨਵੇਂ ਤੋਂ ਨਵੇਂ ਹੁਕਮ। ਜਿਵੇਂ ਕਿ ਮੈਨੂੰ ਇੱਕ ਵਾਰੀ ਯਾਦ ਹੈ, ਉੱਥੇ ਇੱਕ ਸਰਦਾਰ ਫੌਜਾ ਸਿੰਘ ਜੀ ਜੋ ਮੈਰਾਥਨ ਦੌੜਦੇ ਨੇ, ਉਹ ਲੰਡਨ ਦੇ ਵਿੱਚ ਮੈਨੂੰ ਮਿਲੇ, ਤੇ ਉਹਨਾਂ ਨੇ ਇੱਕ ਹੁਕਮ ਲਾਇਆ ਸੀਗਾ ਕਿ ਜਿਹੜਾ ਤੁਸੀਂ ਹੁਣ ਦਰਬਾਰ ਸਾਹਿਬ ਬਣਾਇਆ ਜੋ ਮੌਜੂਦਾ ਹੈ ਉਹ ਬਹੁਤ ਸੋਹਣਾ ਬਣਿਆ, ਲੇਕਿਨ ਅਸੀਂ ਚਾਹੁੰਦੇ ਹਾਂ ਵੀ ਇਹੋ ਜਿਹਾ ਪੁਰਾਣਾ ਦਰਬਾਰ ਸਾਹਿਬ ਬਣਾਓ ਜਦੋਂ ਸੋਨਾ ਨਹੀਂ ਚੜਿਆ ਸੀ। ਤੇ ਉਹਨਾਂ ਨੇ 2016 ਦੇ ਵਿੱਚ ਮੇਰੇ ਤੇ ਹੁਕਮ ਲਾਇਆ ਸੀ, ਤੇ 2018 ਦੇ ਵਿੱਚ ਫਿਰ ਮੈਂ ਇਹ ਉਪਰਾਲਾ ਸ਼ੁਰੂ ਕੀਤਾ, ਤੇ ਮੈਨੂੰ ਕਿਤੋਂ ਡਿਟੇਲ ਮਿਲੀ, ਤੇ ਫਿਰ ਲੰਮੀ ਮਿਹਨਤ ਤੋਂ ਬਾਅਦ ਫਿਰ ਮੈਂ ਉਹ ਵੀ ਮਾਡਲ ਤਿਆਰ ਕੀਤਾ, ਜਿਹਨੂੰ ਕਿ ਆਸਟ੍ਰੇਲੀਆ ਦੇ ਵਿੱਚ ਅਵਾਰਡ ਦੇ ਕੇ ਨਵਾਜਿਆ ਗਿਆ ਸੀ, ਵਰਲਡ ਬੁੱਕ ਆਫ ਰਿਕਾਰਡ ਦੇ ਵਿੱਚ। ਗੁਰਪ੍ਰੀਤ ਜੀ ਦੇ ਪਰਿਵਾਰ 'ਚ ਕੌਣ ਹੈ, ਪਰਿਵਾਰ ਦਾ ਕਿੰਨਾ ਸਾਥ ਹੈ, ਤੇ ਪਰਿਵਾਰ 'ਚ ਹੈ ਕੌਣ? ਮੇਰੇ ਮਾਤਾ ਪਿਤਾ ਜੀ ਮੇਰੇ ਨਾਲ ਰਹਿੰਦੇ ਨੇ, ਮੇਰੀ ਧਰਮ ਪਤਨੀ ਹੈ, ਤੇ ਮੇਰੇ 2 ਬੱਚੇ ਨੇ,
ਤੇ ਉਹ ਵੀ ਇਸ ਕਲਾ ਦੇ ਨਾਲ ਜੁੜੇ ਹੋਏ ਨੇ, ਉਹ ਵੀ ਸਾਂਝ ਪਾਉਂਦੇ ਨੇ ਨਾਲ ਆਪਣੇ ਆਪਣੇ ਛੋਟੇ ਛੋਟੇ ਬੱਚੇ ਜਿਹੜੇ ਛੋਟੇ ਛੋਟੇ ਹੱਥਾਂ ਦੇ ਨਾਲ ਕਲਮ ਫੜ ਕੇ ਉਹ ਵੀ ਪੇਂਟ ਕਰਦੇ ਨੇ, ਨਾਲ ਸਾਥ ਦਿੰਦੇ ਨੇ। ਤੇ ਮੈਨੂੰ ਚੰਗਾ ਲੱਗਦਾ ਕਿ ਕਿਸੇ ਚੰਗੇ ਲੇਖੇ ਬੱਚੇ ਲੱਗੇ ਹੋਏ ਨੇ। ਅੱਛਾ, ਜਦੋਂ ਇਸ ਪਾਸੇ ਵੱਲ ਜਦੋਂ ਤੁਰਦੇ ਹੋ, ਪਹਿਲਾ ਮਾਡਲ ਤਿਆਰ ਕਰਦੇ ਹੋ, ਤਾਂ ਘਰਦਿਆਂ ਦਾ ਰਿਐਕਸ਼ਨ ਕਿੱਦਾਂ ਦਾ ਹੁੰਦਾ? ਕਿਉਂਕਿ ਪਹਿਲੀ ਵਾਰ ਤੁਸੀਂ ਕਹਿੰਦੇ ਮੈਂ ਬਣਾਇਆ, ਤੇ ਪਹਿਲੀ ਵਾਰ ਘਰਦਿਆਂ ਦਾ ਰਿਐਕਸ਼ਨ ਕਿੱਦਾਂ ਹੁੰਦਾ ਕਿ ਇੱਥੇ ਜਿਹਨੇ ਕੀ ਕੰਮ ਲੱਗ ਗਿਆ ਜਾਂ ਕਿਹੜੇ ਕੰਮ ਲੱਗ ਗਏ ਆ? ਅੱਦਾਂ ਦਾ ਕੋਈ ਰਿਐਕਸ਼ਨ ਸੀਗਾ, ਕੋਈ ਇਹੋ ਜਿਹਾ ਕੋਈ ਕਿੱਸਾ ਹੋਵੇ? ਜਦੋਂ ਦੇਖੋ ਮੈਂ ਤੁਹਾਨੂੰ ਦੱਸ ਦਿੰਦਾ, ਜਦੋਂ ਮੈਂ ਸ਼ੁਰੂਆਤ ਕੀਤੀ ਸੀ ਦੁਨੀਆ ਦੇ 7 ਯੁੱਗਾਂ ਦੇ ਮਾਡਲ ਬਣਾਉਣੇ ਸ਼ੁਰੂ ਕੀਤੇ ਸੀ, ਤੁਸੀਂ ਬਿਲੀਵ ਨਹੀਂ ਕਰੋਗੇ, ਤਕਰੀਬਨ ਮੈਂ 16 18 ਘੰਟੇ ਲਗਾਤਾਰ ਇੱਕ ਦਿਨ ਦੇ ਵਿੱਚ ਦਿਆ ਕਰਦਾ ਸੀ। ਵੀ ਇੱਕ ਜਨੂਨ ਸੀਗਾ, ਕੋਈ ਕਿਸੇ ਵੱਲੋਂ ਕੋਈ ਆਰਡਰ ਨਹੀਂ ਸੀਗਾ, ਕਿਸੇ ਵੱਲੋਂ ਕੋਈ ਇਹ ਨਹੀਂ ਕਿਹਾ ਗਿਆ ਸੀ ਵੀ ਤੁਸੀਂ ਇਹ ਬਣਾਓ ਜਾਂ ਕਿਸੇ ਨੇ ਆਈਡੀਆ ਦਿੱਤਾ ਹੋਵੇ। ਕੋਈ ਮਹਾਰਾਜ ਵੱਲੋਂ ਹੀ ਇੱਕ ਲਿਵ ਲੱਗ ਗਈ ਤੇ ਲੋਕ ਸਾਰੇ ਦੋਸਤ ਮਿੱਤਰ ਵੀ ਪਰਿਵਾਰ ਵੀ ਕਿਹਾ ਕਰਨਗੇ ਕੀ ਛੋਟੇ ਛੋਟੇ ਕਾਗਜ਼ਾਂ ਦੇ ਟੁਕੜੇ ਕੱਟ ਕੇ ਜੋੜੀ ਜਾਂਦੇ ਬਰੀਕ ਬਰੀਕ, ਵੀ ਤੁਹਾਡਾ ਸਿਰ ਨਹੀਂ ਦੁਖਦਾ ਜਾਂ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ, ਕਿਉਂ ਵੇਸਟ ਆਫ ਟਾਈਮ ਕਰ ਰਹੇ ਹੋ? ਤੇ ਗੁਰੂ ਰਾਮਦਾਸ ਜੀ ਨੇ ਦੇਖੋ ਅੱਜ ਕਿਰਪਾ ਕੀਤੀ ਕਿ ਉਹੀ ਜਿਹੜੇ ਕਾਗਜ਼ਾਂ ਨੂੰ ਕੱਟੇ ਹੋਏ ਜਿਹੜੇ ਹੈਗੇ ਆ, ਪੂਰੀ ਦੁਨੀਆ ਦੇ ਵਿੱਚ ਉਸ ਕਲਾ ਦੀ ਚਰਚਾ, ਪੂਰੀ ਦੁਨੀਆ ਦੇ ਵਿੱਚ ਉਸ ਹੱਥਾਂ ਨਾਲ ਬਣਾਈ ਹੋਈ ਜਿਹੜੀ ਕਲਾ ਹੈਗੀ ਆ ਅਜਾਇਬ ਘਰਾਂ ਦੇ ਵਿੱਚ ਪਹੁੰਚੀ ਹੋਈ ਹੈ। ਪੇਪਰਮੈਨ ਸਾਹਮਣੇ ਆਇਆ ਸਾਰਿਆਂ ਦਾ, ਕਿ ਨਾ ਪੇਪਰਮੈਨ ਜਿਹੜਾ ਲੱਗਦਾ ਬਿਲਕੁਲ ਲੰਮੀ ਮਿਹਨਤ ਤੋਂ ਬਾਅਦ, ਲੇਕਿਨ 10-12 ਸਾਲ ਪਹਿਲੇ ਬਹੁਤ ਸਟਰਗਲ ਕਰਨੀ ਪਈ ਤੇ ਸਨ 2010-12 ਤੋਂ ਬਾਅਦ ਬਹੁਤ ਗੁਜ਼ਾਰਾ। ਬੱਚੇ ਦਿਲਚਸਪੀ ਲੈਂਦੇ ਨੇ ਜਦੋਂ ਤੁਸੀਂ ਕਹਿ ਰਹੇ ਹੋ ਕਿ ਬਣਾਉਂਦੇ ਨੇ ਨਾਲ ਉਹ ਦਿਲਚਸਪੀ ਲੈਂਦੇ ਉਹਨਾਂ ਦੇ ਵੱਲੋਂ ਵੀ ਕੋਈ ਮਾਡਲ ਬਣਾਇਆ ਗਿਆ ਹੋਵੇ ਛੋਟਾ? ਹਾਂਜੀ, ਮੇਰੇ ਬੇਟੇ ਨੇ ਬਣਾਇਆ ਸੀ, ਇਸ ਵੇਲੇ ਇੱਥੇ ਮੌਜੂਦ ਤਾਂ ਨਹੀਂ ਹੈ, ਉਹਨੇ ਬਣਾਇਆ ਸੀਗਾ ਮੂਵੀ ਦੇਖ ਕੇ, ਕੇਸਰੀ ਮੂਵੀ ਜਦੋਂ ਉਹਨੇ ਦੇਖੀ ਤੇ ਉਹ ਬਹੁਤ ਪ੍ਰਭਾਵਿਤ ਹੋਇਆ ਉਸ ਸਟੋਰੀ ਤੋਂ, ਕਿਉਂਕਿ ਸਿੰਘਾਂ ਦੀ ਕਹਾਣੀ ਹੈ ਸਾਰੀ, ਉਹ ਕਿਸ ਤਰ੍ਹਾਂ ਜਜ਼ਬੇ ਦੇ ਨਾਲ ਉਹਨਾਂ ਨੇ ਜੰਗ ਲੜੀ ਸੀ। ਤੇ ਉਹਨੇ ਸਾਰਾ ਕਿਲਾ ਪੂਰਾ ਟੋਟਲ ਕਿਲਾ, ਕਿਸ ਤਰ੍ਹਾਂ ਜੰਗ ਹੋ ਰਹੀ ਹੈ, ਕਿਸ ਤਰ੍ਹਾਂ ਰੱਸੇ ਲਮਕੇ ਹੈ, ਕਿਸ ਤਰ੍ਹਾਂ ਯੁੱਧ ਹੋਇਆ, ਕਿੱਥੇ ਕਿੱਥੇ ਸਿੰਘ ਸ਼ਹੀਦ ਹੋਏ, ਉਹਨੇ ਸਾਰਾ ਇੱਕ ਮਾਡਲ ਤਿਆਰ ਕੀਤਾ ਸੀ ਤੇ ਉਹ ਵੀ ਬਹੁਤ ਵੱਡੇ ਪੱਧਰ ਤੇ ਸੰਗਤਾਂ ਵੱਲੋਂ ਤਿਆਰ ਕੀਤਾ। ਅੱਜ ਤੱਕ ਇਹੋ ਜਿਹਾ ਕਿਹੜਾ ਮਾਡਲ ਹੈ ਜਿਸ ਨੂੰ ਜ਼ਿਆਦਾ ਸਮਾਂ ਲੱਗਿਆ ਹੋਵੇ ਔਰ ਬਹੁਤ ਮਿਹਨਤ ਲੱਗੀ ਹੋਵੇ? ਸਭ ਤੋਂ ਪਹਿਲਾਂ ਜਿਹੜਾ ਮੈਂ 2012 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਤਿਆਰ ਕੀਤਾ ਸੀਗਾ, ਉਹਨੂੰ 5 ਮਹੀਨੇ ਦਾ ਸਮਾਂ ਲੱਗਿਆ ਸੀ, ਕਿਉਂਕਿ ਪਹਿਲਾ ਮਾਡਲ ਸੀ ਮੇਰੀ ਲਾਈਫ ਦਾ ਉਹ ਦਰਬਾਰ ਸਾਹਿਬ ਜੀ ਦਾ। ਤੇ ਉਹ 'ਚ ਮੈਂ ਬਹੁਤ ਡਿਟੇਲਿੰਗ ਦੇ ਨਾਲ, ਮਤਲਬ ਕਿ ਰੋਜ਼ 7-7 8-8 ਘੰਟੇ ਦੇਣੇ, ਤਾਂ ਕਿਤੇ ਜਾ ਕੇ 5 ਮਹੀਨਿਆਂ ਦੀ ਮਿਹਨਤ ਤਿਆਰ ਹੋਇਆ ਸੀਗਾ। ਉਸ ਤੋਂ ਬਾਅਦ ਹੁਣ ਜਿਵੇਂ ਹੋਰ ਮਾਡਲ ਬਣਾਉਂਦੇ ਗਏ ਦਰਬਾਰ ਸਾਹਿਬ ਜੀ ਦੇ, ਹੁਣ ਸਮਾਂ ਫਿਰ ਘੱਟ ਲੱਗਦਾ। ਗੁਰਪ੍ਰੀਤ ਸਿੰਘ ਦੇ ਇਸ ਕੰਮ ਦਾ, ਇਸ ਸ਼ਲਾਘਾਯੋਗ ਕੰਮ ਦਾ ਸਰਕਾਰ ਸ਼ਲਾਘਾ ਕਰਦੀ ਹੈ ਜਾਂ ਕੋਈ ਸਾਥ ਦਿੰਦੀ ਹੈ, ਜਾਂ ਕਿਸ ਤਰੀਕੇ ਨਾਲ ਕਹਿੰਦੀ ਕਿ ਇਹਨੂੰ ਪ੍ਰੈਜ਼ੈਂਟ ਕਰੋ ਤੁਸੀਂ ਇੰਡੀਆ ਦੇ ਵੱਲੋਂ ਇਸ ਤਰੀਕੇ ਦੇ ਨਾਲ? ਕੁਝ ਦੇਖੋ ਜੀ, ਅੱਜ ਕੱਲ੍ਹ ਮੈਨੂੰ ਐਂ ਲੱਗਦਾ ਕਿਤੇ ਨਾ ਕਿਤੇ ਸਿਫਾਰਸ਼ਾਂ ਦਾ ਬੋਲਬਾਲਾ, ਜਿਹੜਾ ਬੰਦਾ ਚੁੱਪ ਹੋ ਕੇ ਗੁਰੂ ਦੇ ਆਸਰੇ ਪਰ ਕਹਿੰਦੇ ਨਾ ਬੈਠਾ ਹੋਵੇ, ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਲਾ ਬਖਸ਼ੀ ਹੈ, ਗੁਰੂ ਰਾਮਦਾਸ ਪਾਤਸ਼ਾਹ ਆਪੇ ਕਿਰਪਾ ਕਰਨਗੇ, ਉਹਨਾਂ ਦੇ ਬਖਸ਼ੀ ਹੋਈ ਕਲਾ ਵੀ ਮੈਂ ਕਿਹੜਾ ਯੂਨੀਵਰਸਿਟੀਆਂ ਤੋਂ ਸਿੱਖ ਕੇ ਆਇਆ, ਤੇ ਆਪੇ ਕਿਤੇ ਰੰਗ ਭਾਗ ਲੱਗੇ ਵੀ ਹੋਏ ਆਪੇ ਲੱਗਣਗੇ। ਸਰਕਾਰਾਂ ਦੀ ਨਿਗਾਹ 'ਚ ਨਹੀਂ ਗਏ, ਕੋਈ ਗੱਲ ਨਹੀਂ, ਗੁਰੂ ਦੀ ਨਿਗਾਹ 'ਚ ਰਹੀਏ ਹਮੇਸ਼ਾ, ਇਹ ਮੇਰੇ ਵਾਸਤੇ ਵੱਡੀ ਪ੍ਰਾਪਤੀ ਹੈ। ਦੁੱਖ ਹੁੰਦਾ ਹੈ ਕਿ ਮੇਰੇ 'ਚ ਕਲਾ ਵੀ ਹੈ, ਮੈਂ ਇਸ ਪ੍ਰੈਜ਼ੈਂਟ ਕਰਕੇ ਅੱਜ ਮੈਂ ਕਿਤੇ ਨਾ ਕਿਤੇ ਭਾਰਤ ਲੈਵਲ ਤੇ ਹਾਂ, ਲੇਕਿਨ ਕਿਤੇ ਉੱਪਰ ਆਵਾਂ, ਜਦੋਂ ਦਿਖਾਵਾਂ ਸਭ ਜਗ੍ਹਾ, ਕਿਉਂਕਿ ਇਤਿਹਾਸ ਸਭ ਜਗ੍ਹਾ, ਸਿੱਖ ਹਰ ਜਗ੍ਹਾ, ਉਸ ਸਿੱਖ ਤੱਕ ਉਹ ਚੀਜ਼ ਪਹੁੰਚੇ, ਤੇ ਮੰਨਦੇ ਹੋ ਕਿ ਸਰਕਾਰ ਤੋਂ ਕੋਈ ਅਪੀਲ ਕਰੋਗੇ ਕਿ ਇਹ ਸਰਕਾਰ ਸਾਡਾ ਸਾਥ ਦੇਵੇ? ਦੇਖੋ ਜੀ, ਮੈਂ ਸਰਕਾਰਾਂ ਨੂੰ ਵੀ, ਸਰਮੋਰ ਸੰਸਥਾਵਾਂ ਨੂੰ ਵੀ ਤੁਹਾਡੇ ਚੈਨਲ ਦੇ ਜ਼ਰੀਏ ਇਹ ਮੈਸੇਜ ਦੇਣਾ ਚਾਹੂੰਗਾ ਕਿ ਜਦੋਂ ਤੱਕ ਕੋਈ ਯੂਥ ਨਸ਼ਿਆਂ 'ਚ ਡੁੱਬਿਆ ਹੁੰਦਾ, ਤੁਸੀਂ ਹਾਈਲਾਈਟ ਕਰਕੇ ਉਹਨਾਂ ਨੂੰ ਦਿਖਾਉਂਦੇ ਹੋ ਜੀ ਆ ਪੰਜਾਬ 'ਚ ਦੇਖੋ ਨਸ਼ਾ ਬਹੁਤ ਹੈ, ਦੁਨੀਆ ਡਿੱਗੀ ਪਈ ਹੈ, ਇੱਥੇ ਕਰਪਸ਼ਨ ਹੋ ਰਿਹਾ, ਇਹ ਹੈ, ਪਰ ਕੋਈ ਚੰਗਾ ਕਾਰਜ ਕਰ ਰਿਹਾ, ਸਮਾਜ ਦੇ ਵਿੱਚ ਚੰਗਾ ਸੁਨੇਹਾ ਦੇ ਰਿਹਾ, ਉਹ ਵੀ ਤਾਂ ਤੁਹਾਡਾ ਹੀ ਫਰਜ਼ ਹੈ ਸਾਂਭਣ ਦਾ। ਜੇ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ, ਜਿੱਥੇ ਤੁਸੀਂ ਕਰੋੜਾਂ ਰੁਪਈਆ ਦਾ ਫੰਡ ਦਿਖਾਉਂਦੇ ਹੋ ਕਿ ਅਸੀਂ ਧਰਮ ਸਿੱਖ ਪ੍ਰਚਾਰ ਪ੍ਰਸਾਰ ਦਾ ਹੇਤ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਖਰਚਾ ਕਰ ਰਹੇ ਹਾਂ, ਪਰ ਇੱਕ ਇਨਸਾਨ ਆਪਣੇ ਕੋਲੋਂ ਆਪਣੀ ਸਾਰੀ ਜ਼ਿੰਦਗੀ ਦੀ ਮਿਹਨਤ ਲਾ ਕੇ ਆਪਣੇ ਕੋਲ ਘਰੇ ਹੀ ਸਜਾ ਕੇ ਬੈਠਾ। ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਹੇਠ ਉੱਤੇ ਮੈਂ ਮਾਡਲ ਰੱਖੇ, ਮੇਰੇ ਕੋਲ ਰੱਖਣ ਨੂੰ ਵੀ ਜਗ੍ਹਾ ਨਹੀਂ ਗਈ, ਤੇ ਉਹ ਮੌਕੇ ਤੇ ਨਾ ਸਾਂਭੇ ਤੇ ਜਦੋਂ ਅਸੀਂ ਬਜ਼ੁਰਗ ਹੋ ਜਾਾਂਗੇ, ਅੱਖਾਂ ਰਹਿ ਜਾਣਗੀਆਂ, ਫਿਰ ਤੁਸੀਂ ਸਾਂਭਣਾ ਹੋਗੇ ਵੀ ਵਧੀਆ ਸੀ ਕਾਰਜ ਇਸ ਇਨਸਾਨ ਦਾ। ਪਰ ਮੈਂ ਕਹਿਣਾ ਚਾਹੂੰਗਾ, ਲੋਕ ਅੱਜ ਕੱਲ੍ਹ ਇੱਕ ਦੂਜੇ ਦੇ ਮੋਢਿਆਂ ਤੇ ਪੈਰ ਰੱਖ ਕੇ ਵੱਡੀਆਂ ਸੀੜੀਆਂ ਤਰਨ ਨੂੰ ਤਿਆਰ ਹੁੰਦੇ ਆ ਕਿ ਵਾਕਫੀਆਂ ਕਰਕੇ ਤੇ ਅਵਾਰਡ ਲੈ ਲਈਏ। ਮੈਂ ਇਹਨਾਂ ਚੀਜ਼ਾਂ ਤੋਂ ਥੋੜਾ ਦੂਰ ਆ, ਮੈਨੂੰ ਮੇਰੇ ਗੁਰੂ ਤੇ ਭਰੋਸਾ ਹੈ, ਗੁਰੂ ਰਾਮਦਾਸ ਜੀ ਕਿਰਪਾ ਕਰਨਗੇ, ਜੇ ਅਵਾਰਡ ਦੇਣਗੇ ਤਾਂ ਵੀ ਬਹੁਤ ਵਧੀਆ, ਨਹੀਂ ਤੇ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਹੈਗੀ ਹੈ, ਉਹ ਸਿਰ ਤੇ ਰਵੇ। ਇਹ ਅਰਦਾਸ ਕਿਹਦਾ ਪੇਸ਼ ਕੀਤੀ ਹੈ ਲੋਕਾਂ ਦੇ ਸਾਹਮਣੇ? ਦੇਖੋ ਜੀ, ਗੁਰੂ ਦੀ ਜਿਹੜੀ ਅਰਦਾਸ ਹੈਗੀ ਸਾਨੂੰ ਬੜਾ ਕੁਝ ਸਿਖਾਉਂਦੀ ਹੈ, ਜਿੱਥੇ ਸਾਨੂੰ ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ, ਪੰਜਾਂ ਪਿਆਰਿਆਂ ਤੋਂ ਲੈ ਕੇ 4 ਸਾਹਿਬਜ਼ਾਦਿਆਂ ਤੋਂ ਲੈ ਕੇ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਸਾਰੀ ਜਿਹੜੀ ਹੈਗੀ ਹੈ, ਜਿਹੜੀ ਸਾਖੀ ਸੁਣਾਉਂਦੀ ਹੈ, ਉਹਦੇ ਨਾਲ ਸਾਨੂੰ ਸਬਰ ਸੰਤੋਖ ਵੀ ਸਿਖਾਉਂਦੀ ਹੈ। ਤੇ ਉਹ ਆਪਣੀ ਕਲਾ ਦੇ ਮਾਧਿਅਮ ਰਾਹੀਂ, ਜਦੋਂ ਪਿੱਛੇ ਜੇ ਇਸ਼ੂ ਹੋਇਆ ਸੀਗਾ ਕਿ ਦਰਬਾਰ ਸਾਹਿਬ ਨੂੰ ਜਿਹੜੇ ਭੰਗੜੇ ਵਾਲੇ ਜਿਹੜੇ ਜਾ ਰਹੇ ਸੀ, ਦਰਬਾਰ ਸਾਹਿਬ ਦੇ ਰਸਤੇ ਤੇ ਭੰਗੜੇ ਵਾਲੇ
ਸਟੈਚੂਜ਼ ਬਣੇ ਹੋਏ ਸੀਗੇ। ਤੇ ਵੱਖ-ਵੱਖ ਸਮਿਆਂ ਤੇ ਮੈਂ ਫਿਰ ਆਪਣੀ ਕਲਾ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਾ ਤੇ ਆਪਣੀ ਕੌਮ ਦਾ ਜਿਹੜਾ ਸੁਨੇਹਾ ਡਟ ਕੇ ਅੱਗੇ ਹੋ ਕੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਆਪਣਾ ਧਰਮ ਜਿਹੜਾ ਉਹ ਇਹ ਚੀਜ਼ ਹੈ ਔਰ ਇਹਨੂੰ ਦਿਖਾਉਣਾ ਚਾਹੀਦਾ। ਇਹ ਬਹੁਤ ਜ਼ਰੂਰੀ ਹੈ। ਧੰਨਵਾਦ ਤੁਹਾਡਾ ਬਹੁਤ-ਬਹੁਤ। ਤੇ ਅੱਜ ਬਹੁਤ ਜ਼ਰੂਰੀ ਹੈ ਕਿ ਸਿੱਖੀ ਕਿੱਥੇ ਨਾ ਕਿਤੇ ਸਾਂਭਣ ਦੀ ਲੋੜ ਹੈ ਔਰ ਅਜਿਹੇ ਜਿਹੇ ਕਲਾਕਾਰ ਜਿਹੜੇ ਉਹ ਸਾਂਭਣ ਦੀ ਲੋੜ ਹੈ ਜਿਹੇ ਅੱਜ ਜਿਹੜੇ ਧਰਮਾਂ ਨੂੰ ਪ੍ਰਮੋਟ ਕਰ ਰਹੇ ਨੇ ਔਰ ਅੱਜ ਕਹਿ ਰਹੇ ਨੇ ਕਿ ਅੱਜ ਸਿੱਖੀ ਧਰਮ ਦੇ ਨਾਲ ਜੁੜੋ। ਆਪਣੇ ਉਹਨਾਂ ਧਰਮਾਂ ਦੇ ਲੋਕਾਂ ਨੂੰ ਕਹਿ ਰਹੇ ਨੇ ਕਿ ਅੱਜ ਸਿੱਖੀ ਧਰਮ ਨੂੰ ਪ੍ਰਮੋਟ ਕਰੋ। ਭਾਵੇਂ ਪੈਸੇ ਦੇ ਰਾਹੀਂ ਤੁਸੀਂ ਲੋਕਾਂ ਨੂੰ ਦਿਖਾਉਂਦੇ ਹੋ, ਲੇਕਿਨ ਇਹ ਰੂਪਾਂ ਦੇ ਨਾਲ ਵੀ ਜਿਹੜਾ ਲੋਕਾਂ ਨੂੰ ਦਿਖਾਓ ਔਰ ਲੋਕਾਂ ਨੂੰ ਦੱਸੋ ਔਰ ਅੱਜ ਉਹ ਨੌਜਵਾਨਾਂ ਨੂੰ ਦੱਸੋ ਕਿ ਅੱਜ ਇਹ ਰੂਪ ਜਿਹੜਾ ਹੈ ਉਹ ਕਿਤੇ ਨਾ ਕਿਤੇ ਅੱਜ ਸਾਡੇ ਧਰਮਾਂ ਦਾ ਹੈ ਔਰ ਅੱਜ ਸਾਡੇ ਧਾਰਮਿਕ ਸਥਾਨਾਂ ਦਾ ਹੈ। ਉਹ ਕਿਤੇ ਨਾ ਕਿਤੇ ਸਾਹਮਣੇ ਆਵੇ ਔਰ ਲੋਕ ਜਿਹੜੇ ਨੇ ਇੱਥੇ ਜੁੜਨ ਔਰ ਨੌਜਵਾਨ ਜਿਹੜੇ ਨੇ ਉਹ ਆਪਣੇ ਧਰਮ ਨੂੰ ਹਮੇਸ਼ਾ ਜਿਹੜੇ ਯਾਦ ਰੱਖਣ। ਇਸੇ ਤਰ੍ਹਾਂ ਕਦੀ ਹੋਰ ਤੇ ਜਿਹੜੀ ਹੈ ਕਹਾਣੀਆਂ ਲੈ ਕੇ ਤੇ ਔਰ ਇਹੋ ਜਿਹੇ ਕਲਾਕਾਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਹਾਂਗੇ। ਧੰਨਵਾਦ।